ਪਾਵਨ ਬਾਣੀ ਅੰਮ੍ਰਿਤ ਵੇਲੇ ਪੜ੍ਹਨ ਵਾਲੀ ਬਾਣੀ ਨਿਤਨੇਮ ਦੇ ਵਿੱਚ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜੋ ਪਾਵਨ ਬਾਣੀ ਗੁਰਸਿੱਖ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੀ ਹੈ। ਵੈਸੇ ਸਾਰੀ ਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ, ਪਰ ਇੱਕ ਬਾਣੀ ਉੱਤੇ ਵਿਸ਼ੇਸ਼ ਕਥਨ ਹੈ ਕਿ ਬ੍ਰਹਮ ਗਿਆਨ ਜਪਜੀ ਸਾਹਿਬ ਦੀ ਬਾਣੀ ਬਖਸ਼ਿਸ਼ ਕਰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਗੇ ਜੋ ਬਖਸ਼ਿਸ਼ ਕਰ ਰਹੇ ਹਨ ਮਹਾਰਾਜ ਪੰਜ ਪ੍ਰਵਾਨ ਦੀ ਪੌੜੀ ਵਿੱਚ, ਕਿਉਂਕਿ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਕਿ 4 ਪੌੜੀਆਂ ਵਿੱਚ ਸ਼ਰਵਣ ਦਾ ਮਹਾਤਮ, 4 ਪੌੜੀਆਂ 'ਚ ਨਾਮ ਮੰਨਣ ਦਾ ਮਹਾਤਮ ਕੀਤਾ ਆਪਨੇ। ਸੋ ਤੀਜਾ ਸਾਧਨ ਨਿਧਿਆਸਣ ਕੀਤਾ ਹੈ। ਸੋ ਜਿਨ੍ਹਾਂ ਨੇ ਨਿਧਿਆਸਣ ਕੀਤਾ, ਕਮਾਈ ਕੀਤੀ ਹੈ, ਉਹਨਾਂ ਮਹਾਤਮਾ ਦੀ ਰੀਤੀ, ਨਿਧਿਆਸਣ ਦਾ ਸਰੂਪ, ਦੋਨੋਂ ਚੀਜ਼ਾਂ ਸਾਨੂੰ ਸੁਣਾਓ ਵੀ ਉਹ ਕਮਾਈ ਕਿਵੇਂ ਕਰਦੇ ਨੇ, ਉਹਨਾਂ ਦੀ ਰੀਤੀ ਕੀ ਹੁੰਦੀ ਹੈ ਅਤੇ ਨਿਧਿਆਸਣ ਦਾ ਸਰੂਪ ਕੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ ਗੁਰਬਾਣੀ ਅੰਦਰ, ਪੰਚਮ ਪਾਤਸ਼ਾਹ ਵੀ ਐਸਾ ਫਰਮਾਉਂਦੇ ਨੇ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਤਾ ਕੀ ਨਿਰਮਲ ਰੀਤ। ਇਹ ਨਿਰਮਲ ਰੀਤੀ ਮਹਾਤਮਾ ਦੀ, ਜਿਨ੍ਹਾਂ ਨੇ ਸ਼ਰਵਣ ਕਰਕੇ, ਮੰਨਣ ਕਰਕੇ ਫਿਰ ਅਭਿਆਸ ਕੀਤਾ ਹੈ, ਮਿਹਨਤ ਕੀਤੀ ਹੈ, ਮਸ਼ੱਕਤ ਕੀਤੀ ਹੈ, ਉਹਨਾਂ ਬਾਰੇ ਜ਼ਿਕਰ ਕਰਦਿਆਂ ਦੱਸਦੇ ਨੇ ਪੰਜ ਪ੍ਰਵਾਨ। ਜਿਨ੍ਹਾਂ ਨੇ ਨਿਧਿਆਸਣ ਕੀਤਾ ਨਾ, ਉਹ ਪੰਜ ਦਾ ਭਾਵ ਹੁੰਦਾ ਸ੍ਰੇਸ਼ਟ। ਪੰਜ ਜਨ, ਪੰਜ ਮਹਾਤਮਾ ਪੁਰਸ਼, ਸ੍ਰੇਸ਼ਟ ਪੁਰਸ਼, ਸ੍ਰੇਸ਼ਟ ਮਹਾਤਮਾ ਇਸ ਲੋਕ ਵਿੱਚ ਵੀ ਪ੍ਰਮਾਣਿਕ ਨੇ। ਉਹ ਕਿਤੇ ਵੀ ਚਲੇ ਜਾਣ, ਉਹ ਪ੍ਰਵਾਨ ਹੀ ਪ੍ਰਵਾਨ ਨੇ। ਉਹਨਾਂ ਦਾ ਬੋਲਿਆ ਵੀ ਪ੍ਰਵਾਨ ਹੈ, ਉਹਨਾਂ ਦਾ ਖਾਣਾ ਪੀਣਾ, ਪਹਿਨਣਾ, ਬੈਠਣਾ, ਉੱਠਣਾ ਵੀ ਪ੍ਰਵਾਨ ਹੈ। ਕਿਉਂਕਿ ਉਹ ਦਰਗਾਹ ਵਿੱਚ ਜਦੋਂ ਪ੍ਰਵਾਨ ਹੀ ਹੋ ਗਏ ਤਾਂ ਸਭ ਕੁਝ ਪ੍ਰਵਾਨ ਹੀ ਆ ਉਹਨਾਂ ਦਾ। ਪੰਜ ਪ੍ਰਧਾਨ, ਤੇ ਉਹ ਪੰਜ ਜਿਹੜੇ ਸ੍ਰੇਸ਼ਟ ਜਨ ਨੇ, ਉਹ ਪ੍ਰਧਾਨ ਤੋਂ ਭਾਵ ਮੁਖੀ ਹੁੰਦੇ ਨੇ ਤਿੰਨਾਂ ਲੋਕਾਂ ਵਿੱਚ, ਆਕਾਸ਼ ਲੋਕ, ਪਤਾਲ ਲੋਕ, ਧਰਤੀ ਤੇ ਕਿਤੇ ਵੀ ਬੈਠ ਜਾਣ, ਬ੍ਰਹਮ ਗਿਆਨੀ ਪ੍ਰਧਾਨ ਰੂਪ ਹੈ। ਕਿਉਂਕਿ ਉਹਦੇ ਹਿਰਦੇ 'ਚ ਇੱਕ ਓਂਕਾਰ ਦਾ ਪ੍ਰਕਾਸ਼ ਹੋ ਚੁੱਕਿਆ ਹੈ। ਜਦੋਂ ਇੱਕ ਓਂਕਾਰ ਆਪ ਹੀ ਸ੍ਰੇਸ਼ਟ ਹੈ ਤਾਂ ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਹੈ, ਉਹ ਵੀ ਸ੍ਰੇਸ਼ਟ ਬਣ ਜਾਂਦਾ, ਪ੍ਰਧਾਨ ਰੂਪ ਹੋ ਜਾਂਦਾ। ਪ੍ਰਧਾਨ ਜਿਵੇਂ ਸੰਤ ਮਹਾਤਮਾ ਸਾਰੇ ਦੁਨੀਆ ਦੇ ਵਿੱਚ ਹਨ, ਉਹਨਾਂ ਦੇ ਵਿੱਚ ਵੀ ਫਿਰ ਪ੍ਰਧਾਨ ਰੂਪ ਹੁੰਦਾ। ਸੰਗਤ ਵਿੱਚ ਵੀ ਆ ਜਾਏ ਤਾਂ ਵਿਸ਼ੇਸ਼ ਆਕਰਸ਼ਣ ਹੋ ਜਾਂਦਾ ਕਿ ਇਹਨਾਂ ਨੇ ਬਹੁਤ ਕਮਾਈ ਕੀਤੀ ਹੈ। ਸੋ ਇਸ ਤਰ੍ਹਾਂ ਪ੍ਰਧਾਨ ਰੂਪ ਹੁੰਦੇ ਨੇ। ਜਿਵੇਂ ਜਾਰਜ ਪੰਚਮ ਜਦੋਂ ਇੰਡੀਆ ਗਿਆ ਸੀ ਆਜ਼ਾਦ ਹੋਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹਾਥੀ ਦੇ ਉੱਤੇ ਪਾਲਕੀ ਦੇ ਵਿੱਚ ਬਿਰਾਜਮਾਨ ਤਾਬਿਆ ਬੈਠੇ ਸਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ। ਜਾਰਜ ਪੰਚਮ ਵੀ ਬੈਠਾ ਸੀ ਪਰਲੇ ਪਾਸੇ ਹਾਥੀ ਤੇ। ਮਹਾਂਪੁਰਸ਼ਾਂ ਨੇ ਉੱਚੀ ਉੱਚੀ ਧਾਰਨਾ ਰੂਪ ਵਿੱਚ ਪੰਕਤੀਆਂ ਪੜ੍ਹੀਆਂ, ਕੋਈ ਹਰ ਸਮਾਨ ਨਹੀਂ ਰਾਜਾ, ਕੋਈ ਹਰ ਸਮਾਨ ਨਹੀਂ ਰਾਜਾ। ਫਿਰ ਜਾਰਜ ਪੰਚਮ ਵੱਲ ਨੂੰ ਹੱਥ ਕਰਕੇ ਕਹਿੰਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਾਰਜ ਪੰਚਮ ਨੇ ਪੁੱਛਿਆ ਦੁਭਾਸ਼ੀਏ ਨੂੰ, ਟਰਾਂਸਲੇਸ਼ਨ ਵਾਲੇ ਨੂੰ, ਇਹ ਮਹਾਂਪੁਰਖ ਮੇਰੇ ਵੱਲ ਹੱਥ ਕਰਕੇ ਕੀ ਕਹਿੰਦੇ ਨੇ? ਕਹਿੰਦੇ ਜੀ ਇਹ ਝੂਠੇ ਰਾਜੇ ਨੇ ਤੇ ਪ੍ਰਮਾਤਮਾ ਸੱਚ ਹੈ। ਉਹ ਕਹਿੰਦਾ ਇਹ ਬਿਲਕੁਲ ਸੱਚ ਕਹਿੰਦੇ ਨੇ। ਮੈਂ ਜਾਰਜ ਪੰਚਮ, ਮੈਥੋਂ ਪਹਿਲਾਂ 4 ਵੀ ਹੋ ਕੇ ਚਲੇ ਗਏ ਨੇ, 6ਵਾਂ ਵੀ ਆਵੇਗਾ, 7ਵਾਂ ਵੀ ਆਵੇਗਾ। ਜਾਰਜ ਤਾਂ 100 ਆ ਜਾਣਗੇ, ਪਰ ਪਰਮੇਸ਼ਰ ਰਾਜਾ ਤਾਂ ਉਹੀ ਰਹੇਗਾ। ਸੋ ਇਸ ਕਰਕੇ ਜਿੱਥੇ ਵੀ ਚਲੇ ਜਾਂਦੇ ਨੇ ਨਾਮ ਜਪਣ ਵਾਲੇ ਬ੍ਰਹਮ ਗਿਆਨੀ, ਉਹ ਪ੍ਰਧਾਨ ਰੂਪ ਨੇ, ਉਹ ਪ੍ਰਵਾਨਿਕ ਨੇ। ਪੰਚੇ ਪਾਵਹਿ ਦਰਗਹਿ ਮਾਨ, ਉਹ ਸ੍ਰੇਸ਼ਟ ਮਹਾਤਮਾ ਦਰਗਾਹ ਵਿੱਚ ਵੀ ਜੇ ਚਲੇ ਜਾਣ, ਧਰਮ ਰਾਜੇ ਦੀ ਕਚਹਿਰੀ ਵਿੱਚ ਵੀ ਜੇ ਕਿਤੇ ਰਾਜੇ ਜਨਕ ਦੀ ਤਰ੍ਹਾਂ ਗਏ ਨੇ, ਉੱਥੇ ਵੀ ਪ੍ਰਧਾਨ।
ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਜੇ ਸਵਰਗਾਂ ਵਿੱਚ ਵੀ ਕਈ ਵਾਰ ਗੇੜਾ ਲਾਉਣ ਚਲੇ ਜਾਣ, ਸ਼ਿਵਪੁਰੀ, ਵਿਸ਼ਨਪੁਰੀ, ਬ੍ਰਹਮਪੁਰੀ, ਇੰਦਰਪੁਰੀ, ਪਰੀ ਲੋਕ, ਬੜਾ ਕੁਛ ਹੈ। ਜੇ ਚਲੇ ਵੀ ਜਾਣ ਉੱਥੇ ਵੀ ਮਾਣ ਸਤਿਕਾਰ ਹੈ, ਉੱਥੇ ਵੀ ਪ੍ਰਵਾਨ ਹੈ, ਉੱਥੇ ਵੀ ਪ੍ਰਧਾਨ ਹੈ। ਕਿਉਂਕਿ ਮਾਨ, ਸੱਚਾ ਆਦਰ ਮਾਨ ਪ੍ਰਾਪਤ ਕਰਦੇ ਨੇ। ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਇਹ ਮਾਣ ਆਦਰ ਸਤਿਕਾਰ ਨਾਮ ਕਰਕੇ ਹੀ ਹੋਇਆ ਸਾਰਾ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਜਿਨ੍ਹਾਂ ਨੇ ਬਾਣੀ ਨੂੰ ਮੰਨਿਆ, ਉਹਨਾਂ ਨੂੰ ਪ੍ਰਮਾਤਮਾ ਨੇ ਪ੍ਰਵਾਨ, ਪ੍ਰਧਾਨ, ਮਾਨ ਸਭ ਕੁਝ ਬਖਸ਼ਿਸ਼ ਕਰ ਦਿੱਤਾ। ਪੰਚੇ ਸੋਹ ਹੈ ਦਰ ਰਾਜਾਨ। ਰਾਜਾਨ ਜਿਹੜੇ ਰਾਜਿਆਂ ਦੇ ਰਾਜੇ, ਜੋ ਕੌਣ ਹੈ? ਵਿਸ਼ਨੂੰ ਜੀ ਸਭ ਤੋਂ ਵੱਡੇ ਰਾਜੇ ਤਿੰਨਾਂ ਲੋਕਾਂ ਵਿੱਚ। ਉਹਨਾਂ ਦੇ ਦਰ ਬੈਕੁੰਠ ਧਾਮ ਵਿੱਚ ਵੀ ਤੇ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਹੋਣਾ ਦੀ ਨਿਆਈ, ਇਹ ਵੀ ਬ੍ਰਹਮ ਗਿਆਨੀ ਨੇ ਚਾਰੇ। ਇਹ ਸ੍ਰੇਸ਼ਟ ਮਹਾਤਮਾ ਉੱਥੇ ਵੀ ਸੋਭਾ ਪਾਉਂਦੇ ਨੇ ਜਾ ਕੇ, ਨਾਮ ਜਪਣ ਵਾਲੇ। ਇਹ ਇੱਕ ਪ੍ਰਮਾਣ ਦਿੱਤਾ ਹੈ ਬੈਕੁੰਠ ਲੋਕ ਦਾ। ਜੇ ਉਹ ਸੱਚਖੰਡ ਵਿੱਚ ਵੀ ਚਲੇ ਜਾਂਦੇ ਨੇ, ਸੱਚਖੰਡ ਵਿੱਚ ਵੀ ਉਹ ਪ੍ਰਧਾਨ ਰੂਪ ਨੇ, ਸੋ ਉਹਨਾਂ ਨੂੰ ਉੱਥੇ ਵੀ ਮੁਖੀ ਰੂਪ ਹੀ ਬਣਾਇਆ ਜਾਂਦਾ। ਸੋ ਇਸ ਤਰ੍ਹਾਂ ਜਿਵੇਂ ਸੰਤ ਬਾਬਾ ਸ਼ਾਦੀ ਸਿੰਘ ਜੀ ਰੋਪੜ ਵਾਲੇ 1980 ਚ ਇਹ ਬਚਨ ਕਰਦੇ ਕਿਸੇ ਪ੍ਰੇਮੀ ਨਾਲ ਕਿ ਸੰਤ ਬਾਬਾ ਅਤਰ ਸਿੰਘ ਜੀ ਸਾਰੀ ਇੱਕ ਸੰਤ ਮੰਡਲ ਹੈ, ਉਸ ਸੰਤ ਮੰਡਲ ਦੇ ਵਿੱਚ ਉਹ ਪ੍ਰਧਾਨ ਹਨ। ਤੋ ਕੁਝ ਸਮਾਂ ਪਹਿਲਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਕਹਿੰਦੇ ਹੁਣ ਪ੍ਰਧਾਨ ਬਣਾਇਆ ਉੱਥੇ। ਸੋ ਇਸ ਤਰ੍ਹਾਂ ਸੰਤਾਂ ਦੇ ਵਿੱਚ ਵੀ ਜਿਹੜੇ ਗੁਰਮੁਖ ਬ੍ਰਹਮ ਗਿਆਨੀ ਹੁੰਦੇ ਨੇ, ਗੁਰਮੁਖ ਬ੍ਰਹਮ ਗਿਆਨੀ ਉਹ ਹੁੰਦੇ ਨੇ ਜਿਹੜੇ ਮਾਇਆ ਦੇ ਸਾਰੇ ਪਰਦੇ ਪਾਰ ਕਰ ਜਾਂਦੇ ਨੇ। ਬ੍ਰਹਮ ਗਿਆਨ ਵਿੱਚ ਵੀ ਕਈ ਸਟੇਜਾਂ ਆ ਜਾਂਦੀਆਂ ਨੇ। ਸੋ ਜਿਵੇਂ ਕਹਿੰਦੇ ਵਿਦਿਆਰਥੀ ਹੈ, ਇਹ ਕਿਹੜੀ ਕਲਾਸ ਵਿੱਚ? ਕਹਿੰਦੇ BA ਕਰ ਰਿਹਾ। BA ਵਿੱਚ ਵੀ ਪਾਰਟ 1, 2, 3 ਹੈ। MA ਵਿੱਚ ਵੀ ਫਿਰ ਪਾਰਟ 2 ਨੇ, ਅੱਗੇ PhD ਹੈ। ਇਸ ਤਰ੍ਹਾਂ ਬ੍ਰਹਮ ਗਿਆਨ ਦੇ ਵਿੱਚ ਵੀ ਪਦਵੀਆਂ। ਉਹਦੇ ਲਾਸਟ ਸਟੇਜ ਜਿਹੜੀ ਹੈ ਉਹਨਾਂ ਦੀ ਉਹ ਹੈ ਗੁਰਮੁਖ ਬ੍ਰਹਮ ਗਿਆਨੀ। ਇਹ ਚੀਜ਼ਾਂ ਕਿਤਾਬਾਂ ਵਿੱਚ ਨਹੀਂ ਹਨ, ਨਾ ਹੀ ਕਿਸੇ ਵਿਦਵਾਨ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ। ਇਹ ਸਿਰਫ ਜਿਹੜੇ ਬ੍ਰਹਮ ਗਿਆਨੀ ਨੇ, ਪਹੁੰਚੇ ਹੋਏ ਨੇ, ਉਹੀ ਇਹ ਚੀਜ਼ ਦੱਸ ਸਕਦੇ ਨੇ ਕਿ ਇਹ ਕਿਸ ਤਰ੍ਹਾਂ ਦਾ ਬ੍ਰਹਮ ਗਿਆਨ ਹੈ। ਗੁਰਮੁਖ ਬ੍ਰਹਮ ਗਿਆਨੀ ਦਾ ਬਿਲਕੁਲ ਪਰਮਾਤਮਾ ਨਾਲ ਇੱਕਮਿਕ ਸਰੂਪ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਉਹ ਰਾਜਿਆਂ ਦੀ ਤਰ੍ਹਾਂ ਸੋਭਨੀਕ ਹੁੰਦੇ ਜਿੱਥੇ ਵੀ ਜਾਂਦੇ ਨੇ। ਰਾਜਾਨ ਤੋਂ ਭਾਵ ਰਾਜਿਆਂ ਦੇ ਵੀ ਰਾਜੇ ਬਣ ਜਾਂਦੇ ਨੇ। ਉਹ ਜਿੱਥੇ ਵੀ ਚਲੇ ਜਾਣਗੇ ਉੱਥੇ ਹੀ ਰਾਜਾਨ ਬਣ ਜਾਂਦੇ ਨੇ। ਦਰ ਸੱਚਖੰਡ ਦੇ ਵਿੱਚ ਵੀ ਉਹ ਰਾਜਿਆਂ ਦੀ ਤਰ੍ਹਾਂ ਸੋਭਨੀਕ ਹੁੰਦੇ ਨੇ। ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਪੰਚਾਂ ਕਾ ਗੁਰ ਏਕੋ ਧਿਆਨ। ਉਹਨਾਂ ਸ੍ਰੇਸ਼ਟ ਮਹਾਤਮਾ ਦਾ ਜਿਨ੍ਹਾਂ ਨੇ ਸ਼ਰਵਣ ਮੰਨਣ ਅਧਿਆਸਣ ਕੀਤਾ ਹੈ, ਉਹ ਸ੍ਰੇਸ਼ਟ ਮਹਾਤਮਾ ਦਾ ਗੁਰੂ ਜੋ ਇੱਕ ਅਕਾਲ ਪੁਰਖ ਹੈ, ਉਸ ਵਿੱਚ ਹੀ ਮਹਾਤਮਾ ਧਿਆਨ ਕਰਦੇ ਨੇ, ਆਪਣੇ ਸਤਿਗੁਰਾਂ ਵਿੱਚ ਹੀ ਧਿਆਨ ਕਰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਸਰਗੁਣ ਰੂਪ ਵਿੱਚ ਗੁਰੂ ਨਾਨਕ ਰੂਪ ਹੋ ਕੇ ਮੇਰੇ ਸਤਿਗੁਰ ਨੇ, ਉਹੀ ਨਿਰਗੁਣ ਵਿੱਚ ਵੀ ਨੇ। ਇਸ ਕਰਕੇ ਉਹ ਪਹਿਲਾਂ ਸਰਗੁਣ ਦੀ ਉਪਾਸਨਾ ਹੁੰਦੀ ਹੈ, ਆਕਾਰ ਦੀ। ਹੌਲੀ ਹੌਲੀ ਇਹ ਆਕਾਰ ਜਿਹੜੇ ਮਿਟਣੇ ਸ਼ੁਰੂ ਹੋ ਜਾਂਦੇ ਨੇ। ਨਿਰੰਕਾਰ ਜੀ ਪਹਿਲਾਂ ਆਕਾਰ ਦਿਖਾ ਕੇ ਜੀਵ ਦੀ ਤਸੱਲੀ ਕਰਾਉਂਦੇ ਨੇ, ਪਰ ਹੌਲੀ ਹੌਲੀ ਸਾਰੀਆਂ ਚੀਜ਼ਾਂ ਨੂੰ ਮਿਥਿਆ ਰੂਪ ਵਿੱਚ ਸਮਝਾ ਦਿੰਦੇ ਨੇ। ਮਿਥਿਆ, ਹਰ ਕੋਈ ਰੂਪ ਨਾਸਵੰਤ ਹੈ, ਹਰ ਆਕਾਰ ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮਹਿ ਨਾਹੇ। ਇਹ ਜਿਹੜੇ ਅੱਖਰ ਲਿਖੇ ਹੁੰਦੇ ਨੇ ਸਾਹਮਣੇ, ਇਹ ਅੱਖਰ ਰੂਪ ਨਹੀਂ ਹੈ, ਸਿਰਫ ਸਮਝਾਉਣ ਲਈ ਆਕਾਰ ਹੈ ਅੱਖਰਾਂ ਦਾ। ਅਸਲ ਵਿੱਚ ਉਹਦਾ ਆਕਾਰ ਨਹੀਂ ਕੋਈ, ਉਹ ਨਿਰੰਕਾਰ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ ਸਿਰਫ। ਇਸ ਕਰਕੇ ਸ੍ਰੇਸ਼ਟ ਮਹਾਤਮਾ ਜਨਾਂ ਦਾ ਸਰਗੁਣ ਵਿੱਚੋਂ ਭਗਤੀ ਸ਼ੁਰੂ ਕਰਕੇ ਨਿਰਗੁਣ ਵਿੱਚ ਧਿਆਨ ਚਲਿਆ ਜਾਂਦਾ। ਕਿਉਂਕਿ ਜਦੋਂ ਕਥਾ ਆਉਂਦੀ ਮਹਾਰਾਜ ਦੀ ਤਾਂ ਹਰ ਧਨ ਇਸ਼ਨਾਨ, ਹਰ ਧਨ ਗਿਆਨ, ਹਰ ਸੰਗ ਲਾਏ ਧਿਆਨਾ,
ਇਹ ਤਿੰਨ ਚੀਜ਼ਾਂ ਆਈਆਂ, ਇਸ਼ਨਾਨ, ਗਿਆਨ, ਫਿਰ ਧਿਆਨ। ਜਿਹੜਾ ਗਿਆਨ ਹੁੰਦਾ ਹੈ, ਇੱਕ ਹੁੰਦਾ ਧਿਆਨ ਧਰਨਾ। ਸੋ ਇਸ ਕਰਕੇ ਸਰਗੁਣ ਦਾ ਧਿਆਨ ਤੇ ਨਿਰਗੁਣ ਦਾ ਗਿਆਨ ਹੁੰਦਾ। ਇਹ ਜੀਵ ਜਿਹੜਾ ਧਿਆਨ ਕਰਦਾ ਪ੍ਰਮਾਤਮਾ ਦਾ, ਧਿਆਨ ਧਰੋ ਤਿਹ ਕੋ ਮਨ ਮੈਂ ਜੇ ਕੋ ਅਮਿਤੋਜ ਸਭਾ ਜਗ ਛਾਇਓ। ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਨੇ। ਦੂਸਰੀ ਮਹਾਰਾਜ ਨੇ ਇਹ ਉਪਦੇਸ਼ ਕੀਤਾ, ਸੋ ਧਿਆਨ ਮੈਂ ਨਾ ਆਵੈ ਜੋ, ਦੇਖੋ ਧਿਆਨ ਦੀ ਗੱਲ ਕਰਦੇ ਨੇ, ਧਿਆਨ ਮੈਂ ਨਾ ਆਵੈ ਜੋ ਤਾਕੋ ਧਿਆਨ ਕੀਜੀਐ ਧਿਆਈਐ। ਇਹ ਦੋ ਗੱਲਾਂ ਆਪਸ ਵਿੱਚ ਹੈ ਵਿਰੋਧੀ। ਨਾਲੇ ਤਾਂ ਕਹਿੰਦੇ ਧਿਆਨ ਮੈਂ ਨਾ ਆਵੈ ਜੋ ਤਾਕੋ ਧਿਆਨ ਕੀਜੀਐ ਧਿਆਈਐ। ਮਹਾਰਾਜ ਜਿਹੜਾ ਫਿਰ ਧਿਆਨ ਵਿੱਚ ਆਉਂਦਾ ਨਹੀਂ, ਉਹ ਧਿਆਨ ਕਿੱਦਾਂ ਕਰੀਏ ਉਹਦਾ? ਭਾਈ ਮਰਦਾਨੇ ਨੇ ਵੀ ਇਹੀ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ। ਕਹਿੰਦੇ ਮਰਦਾਨਾ, ਆਕਾਰ ਨਹੀਂ ਹੈ ਉਹਦਾ, ਧਿਆਨ 'ਚ ਤਾਂ ਆਉਂਦਾ ਹੀ ਨਹੀਂ ਉਹ। ਕਹਿੰਦੇ ਮਹਾਰਾਜ ਫਿਰ ਧਿਆਨ ਕਿਵੇਂ ਕਰੀਏ? ਕਹਿੰਦੇ ਜਿਵੇਂ ਬੱਦਲਾਂ 'ਚ ਬਿਜਲੀ ਲਿਸ਼ਕਦੀ ਹੈ, ਕਿੰਨਾ ਪ੍ਰਕਾਸ਼ ਹੁੰਦਾ ਉਹਦਾ। ਕਹਿੰਦੇ ਇਸੇ ਤਰ੍ਹਾਂ ਕਰੋੜਾਂ ਬਿਜਲੀਆਂ ਜਿੰਨਾ ਪ੍ਰਕਾਸ਼ ਹੈ, ਪਰ ਆਕਾਰ ਨਹੀਂ ਹੈ ਉਹਦਾ। ਬਸ ਪ੍ਰਕਾਸ਼ ਦਾ ਹੀ ਧਿਆਨ ਧਰਨਾ। ਸਾਰੀਆਂ ਚੀਜ਼ਾਂ ਹੌਲੀ ਹੌਲੀ ਜਾ ਕੇ ਮੁੱਕ ਜਾਂਦੀਆਂ ਬ੍ਰਹਮ ਗਿਆਨ ਵਿੱਚ। ਅਖੀਰਲੀ ਸਟੇਜ 'ਚ ਪ੍ਰਕਾਸ਼, ਜਾਪ ਮਰਾਇਆ, ਜੱਪਾ ਮਰਾਇਆ, ਅਨਹਦ ਵੀ ਮਰ ਜਾਏ, ਸਭ ਚੀਜ਼ਾਂ ਮੁੱਕ ਜਾਂਦੀਆਂ ਨੇ। ਜਿੱਥੇ ਸਿਰਫ ਇੱਕ ਪ੍ਰਕਾਸ਼ ਹੀ ਆ, ਉਹ ਪ੍ਰਕਾਸ਼ ਦਾ ਹੀ ਧਿਆਨ ਧਰਦੇ ਨੇ। ਹੁਣ ਸਿੱਧ ਕਹਿਣ ਲੱਗੇ ਇਹ ਤਾਂ ਹੈ ਕਿ ਉਹਨਾਂ ਨੇ ਸ੍ਰੇਸ਼ਟ ਜਨਾਂ ਨੇ ਬੜਾ ਕਮਾਈ ਕੀਤੀ ਹੈ। ਨਿਧਿਆਸਣ ਦਾ ਹੁਣ ਸਰੂਪ ਕਥਨ ਕਰੋ ਕੀ ਹੈ? ਨਿਧਿਆਸਣ ਕੀ ਚੀਜ਼ ਹੈ? ਇਹ ਕੱਲੀ ਇਸ ਕਥਾ ਵਿੱਚ ਨਹੀਂ, ਫਿਰ ਅਖੀਰ ਤੇ ਜਦੋਂ ਜਾਣਾ ਨਾ ਜਪਜੀ ਸਾਹਿਬ ਦੇ ਇੱਕ ਦੂਜੀ ਬਹੁ ਲੱਖ ਹੋਏ ਤੋਂ, ਇੱਥੋਂ ਫਿਰ ਇਹ ਅਵਸਥਾ ਚੱਲਦੀਆਂ ਦੁਬਾਰਾ। ਉਹ ਜਿਹੜੀ ਕਥਾ ਪਹਿਲਾਂ ਆਪਾਂ ਭਰ ਚੁੱਕੇ ਹਾਂ ਸੀੜੀਆਂ ਦੇ ਵਿੱਚ, ਇਹ ਉਹਦੇ ਵਿੱਚ ਫਿਰ ਸਾਰੀਆਂ ਸਰਵਣ ਦੀਆਂ, ਮੰਨਣ ਦੀਆਂ, ਨਿਧਿਆਸਣ ਦੀਆਂ ਅਵਸਥਾਵਾਂ ਦਾ ਜ਼ਿਕਰ ਫਿਰ ਉਹਦੇ ਵਿੱਚ ਆਵੇਗਾ। ਉਹ ਸਰਵਣ ਕਰ ਸਕਦੇ ਹਾਂ ਖੁੱਲ੍ਹ ਕੇ। ਸੋ ਹੁਣ ਕਹਿੰਦੇ ਨਿਧਿਆਸਣ ਦਾ ਸਰੂਪ ਕੀ ਹੈ ਜੀ? ਬਾਣੀ ਨੂੰ ਸੁਣਿਆ ਜਾਂ ਨਾਮ ਨੂੰ ਕੰਨਾਂ ਨਾਲ ਸੁਣਿਆ, ਸੁਣ ਕੇ ਉਹਨੂੰ ਮੰਨਣ ਕੀਤਾ, ਮੰਨ ਗਿਆ ਮਨ। ਪਹਿਲਾਂ ਸੁਣਿਆ ਸੀ ਕਿ ਬਾਣੀ ਪੜ੍ਹਨ ਨਾਲ ਸ਼ਾਂਤੀ ਆਉਂਦੀ, ਟਿਕਾਓ ਬਣਦਾ, ਵਾਹਿਗੁਰੂ ਦੀ ਕਿਰਪਾ ਨਾਲ ਕੰਮਕਾਰ ਠੀਕ ਹੋ ਜਾਂਦੇ। ਜਦ ਬਾਣੀ ਪੜ੍ਹੀ ਗਿਆ, ਸੁਣੀ ਗਿਆ, ਸ਼ਾਂਤੀ ਵੀ ਆ ਗਈ, ਕੰਮਕਾਰ ਵੀ ਠੀਕ ਹੋਏ। ਹੁਣ ਉਹਦੇ ਤੇ ਭਰੋਸਾ ਬਣ ਗਿਆ, ਬਾਣੀ ਤੇ, ਸਿਮਰਨ ਤੇ, ਨਾਮ ਤੇ, ਵੀ ਹੈ ਕੁਛ। ਮਨ ਮੰਨ ਗਿਆ ਹੈ। ਜਦੋਂ ਹੀ ਮਨ ਮੰਨਿਆ ਹੈ ਤਾਂ ਕਮਾਈ ਵੱਲ ਨੂੰ ਧਿਆਨ ਦੇਣ ਲੱਗਿਆ ਵੀ ਰੋਜ਼ ਇੱਕ ਜਪਜੀ ਸਾਹਿਬ ਕਰਨ ਨਾਲ ਜੇ ਇੰਨੀ ਕਿਰਪਾ ਹੋ ਗਈ, ਫਿਰ ਕਿਉਂ ਨਾ ਮੈਂ ਜਪਜੀ ਸਾਹਿਬ ਦੇ ਰੋਜ਼ 25 ਪਾਠ ਕਰਾਂ, ਫਿਰ ਕਿੰਨੀ ਕਿਰਪਾ ਹੋਵੇਗੀ। ਜਦ 25 ਨੂੰ ਕਰਨ ਲੱਗਿਆ, ਉਹ ਹੋਰ ਕਿਰਪਾ ਹੋ ਗਈ, ਫਿਰ 50 ਦੇ ਉੱਤੇ ਚਲਿਆ ਗਿਆ। ਸੋ ਇਸ ਤਰ੍ਹਾਂ ਇਨਸਾਨ ਨੂੰ ਜਦੋਂ ਕਹੀਏ 25 ਪਾਠ, 50 ਪਾਠ, ਕਹਿੰਦਾ ਇੰਨੇ ਪਾਠ ਨਹੀਂ। ਤਾਂ ਆਪਣੇ ਆਪ ਵੱਲ ਬੰਦਾ ਦੇਖੇ, ਜੇ ਕਿਤੇ 8 ਘੰਟੇ ਡਿਊਟੀ ਮਿਲਦੀ ਹੈ, ਜੇ ਉਹ ਕਹਿ ਦੇਣ ਵੀ 16 ਘੰਟੇ ਕਰੇਗਾ, ਕਹਿੰਦੇ ਜ਼ਰੂਰ ਕਰਾਂਗੇ। ਕਿਉਂ ਨਹੀਂ ਕਰਾਂਗੇ ਜਦੋਂ ਇੰਨੇ ਪੈਸੇ ਮਿਲਣੇ ਹੈ, ਦੁੱਗਣੇ ਮਿਲਣੇ, ਤਿੱਗਣੇ ਮਿਲਣੇ ਹੈ। ਇਸ ਤਰ੍ਹਾਂ ਸਧਾਰਨ ਮਨੁੱਖ ਪੈਸੇ ਲਈ ਹਰ ਤਰ੍ਹਾਂ ਦੀ ਮਿਹਨਤ ਕਰਨ ਨੂੰ ਤਿਆਰ ਹੁੰਦਾ, ਪਰ ਜਦੋਂ ਸਿਮਰਨ ਭਗਤੀ ਵਿੱਚ ਆਉਂਦਾ ਉਦੋਂ ਉਹ ਮਿਹਨਤ ਕਰਨ ਨੂੰ ਤਿਆਰ ਨਹੀਂ। ਪਰ ਜਦੋਂ ਉਹਦਾ ਮਨ ਮੰਨ ਜਾਂਦਾ ਕਿ ਜਿੰਨੀ ਮਿਹਨਤ ਮੈਂ ਪੈਸਿਆਂ ਲਈ ਕੀਤੀ ਅੱਜ ਤੱਕ, ਜੇ ਇੰਨੀ ਮਿਹਨਤ ਪਰਮਾਤਮਾ ਦੇ ਨਾਮ ਵਿੱਚ ਕਰਦਾ ਤਾਂ ਹੁਣ ਨੂੰ ਕਿਤੇ ਦੀ ਕਿਤੇ ਪਹੁੰਚਿਆ ਹੁੰਦਾ। ਇਸ ਕਰਕੇ ਹੁਣ ਨਿਧਿਆਸਣ ਦਾ ਸਰੂਪ ਕਥਨ ਕਰਦੇ ਨੇ ਕੀ ਹੁੰਦਾ। ਪੰਜ ਪ੍ਰਮਾਣ ਸਤ ਸੰਤੋਖ ਧੀਰਜ ਧਰਮ ਵਿਚਾਰ। ਇਹਨਾਂ ਪੰਜਾਂ ਨੂੰ ਧਾਰ ਕੇ ਮਹਾਤਮਾ ਜਿਹੜੇ ਹੁੰਦੇ ਨੇ ਨਾ, ਇਸ ਲੋਕ ਵਿੱਚ ਪ੍ਰਮਾਣਿਕ ਹੋ ਜਾਂਦੇ ਨੇ। ਇਹ ਸਤ ਸੰਤੋਖ ਧਰਮ ਵਿਚਾਰ ਜਿਹੜੇ ਨੇ, ਇਹ ਹੁਣ ਨਿਧਿਆਸਣ ਦਾ ਸਰੂਪ ਹੈ। ਜਦੋਂ ਆਪਾਂ ਬਾਣੀ ਨੂੰ ਸੁਣਿਆ, ਫਿਰ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਦੀ ਅਵਸਥਾ 'ਚ ਗਏ, ਤਾਂ ਬੰਦੇ ਅੰਦਰ ਇਹ ਗੁਣ ਪੈਦਾ ਹੋ ਜਾਂਦੇ ਨੇ ਸ਼ਾਂਤ। ਕਿਵੇਂ? ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਭੁਲਾਇਣ। ਫਿਰ ਬੰਦੇ ਦੇ ਅੰਦਰ ਸਤ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ,
ਧੀਰਜ ਆ ਜਾਂਦਾ ਹੈ, ਵਿਚਾਰ ਆ ਜਾਂਦੀ ਹੈ। ਇਹ ਫਿਰ ਬੰਦਾ ਦੇਖੋ ਨਿਧਿਆਸਣ ਦੀ ਇਹ ਕਮਾਈ ਦੇ ਵਿੱਚ ਕੀ ਕੀ ਗੁਣ ਆਉਂਦੇ ਨੇ। ਨਿਧਿਆਸਣ ਕਿਹਨੂੰ ਕਹਿੰਦੇ ਨੇ? ਨਿਧਿਆਸਣ ਆਉਂਦੇ ਨੇ ਜਿਵੇਂ ਜਾਤ ਪਹਾਰਾ, ਧੀਰਜ ਸੁਨਿਆਰ, ਹਰਨ ਮੱਤ, ਵੇਦ ਹਥਿਆਰ, ਭਾਓ ਖੱਲਾ, ਅਗਨ ਤਪਤਾਓ, ਭਾਂਡਾ ਪਾਓ, ਅੰਮ੍ਰਿਤ ਤੇ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਵੀ ਹੈ ਨਿਧਿਆਸਣ। ਪੰਜ ਪ੍ਰਧਾਨ, ਉਹ ਪੰਜਾਂ ਨੂੰ ਤਿਆਗ ਕੇ ਪ੍ਰਧਾਨ ਰੂਪ ਹੋ ਗਏ ਤਿੰਨਾਂ ਲੋਕਾਂ 'ਚ। ਕਹਿੰਦੇ ਨਿਧਿਆਸਣ ਕਿਹਨੂੰ ਕਹਿੰਦੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਦਾ ਜਿਨ੍ਹਾਂ ਨੇ ਤਿਆਗ ਕਰ ਦਿੱਤਾ ਨਾ, ਅਸਲ ਵਿੱਚ ਉਹ ਪ੍ਰਧਾਨ ਰੂਪ ਹੈ ਤਿੰਨਾਂ ਲੋਕਾਂ 'ਚ। ਵੱਡੇ ਵੱਡੇ ਦੇਵਤੇ ਨਹੀਂ ਜਿੱਤ ਸਕੇ, ਹਉਮੈ ਦੇ ਰੋਗ ਨੂੰ ਨਹੀਂ ਜਿੱਤ ਸਕੇ। ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ। ਮਹਾਰਾਜ ਕਹਿੰਦੇ ਇਹ ਵੀ ਰੋਗੀ ਨੇ, ਹਉਮੈ ਦੇ ਰੋਗੀ ਨੇ। ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕ ਸਿਰਫ ਸਤਿਗੁਰੂ ਹਨ ਜਿਨ੍ਹਾਂ 'ਚ ਇਹ ਰੋਗ ਨਹੀਂ ਹਨ। ਤਾਂ ਤੇ ਬ੍ਰਹਮ ਗਿਆਨੀ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾ ਹੋਣ ਕਰਕੇ ਹੀ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਬ੍ਰਹਮ ਗਿਆਨ ਦੇ ਵਿੱਚ ਜਦੋਂ ਚਲਿਆ ਜਾਂਦਾ ਜੀਵ, ਉੱਚੀ ਸਟੇਜ ਹੈ ਇਹ। ਅੱਜ ਕੱਲ ਇਹਨੂੰ ਵੀ ਮਖੌਲ ਜਿਹਾ ਬਣਾਇਆ ਬ੍ਰਹਮ ਗਿਆਨ ਨੂੰ। ਅੱਖਰ ਸੀ ਸ਼ੁਰੂ ਤੋਂ ਲੈ ਕੇ ਪਦਵੀਆਂ ਦਿੱਤੀਆਂ। ਭਾਈ ਬੁੱਢਾ ਜੀ, ਭਾਈ ਦੀ ਪਦਵੀ ਗੁਰੂ ਘਰ 'ਚ। ਫਿਰ ਹੌਲੀ ਹੌਲੀ ਭਾਈ ਬਦਨਾਮੀ ਵੱਲ ਨੂੰ ਤੁਰਿਆ ਅੱਖਰ, ਹਰੇਕ ਨੂੰ ਭਾਈ। ਗੁਰਮੁਖ ਅੱਖਰ ਬਹੁਤ ਉੱਚਾ ਹੈ। ਹੌਲੀ ਹੌਲੀ ਮਸਨੰਦ ਅੱਖਰ ਆਇਆ। ਸ਼ੁਰੂ 'ਚ ਤਾਂ ਭਾਵਨਾ ਰਹੀ, ਬਾਅਦ 'ਚ ਹੌਲੀ ਹੌਲੀ ਵਿਗੜ ਗਏ ਮਸੰਦ। ਫਿਰ ਇਹ ਅੱਖਰ ਬਦਨਾਮ ਹੋ ਗਿਆ। ਗਿਆਨੀ ਬਹੁਤ ਵੱਡਾ ਅੱਖਰ ਹੈ, ਧਿਆਨੀ ਬਹੁਤ ਵੱਡਾ ਅੱਖਰ ਹੈ। ਇਸ ਤਰ੍ਹਾਂ ਹੀ ਇਹ ਜਿਹੜੇ ਅੱਖਰ ਹੁੰਦੇ ਨੇ ਇਹ ਵੱਡੇ ਹੁੰਦੇ ਨੇ। ਬਾਅਦ ਵਿੱਚ ਇਹਨਾਂ ਅੱਖਰਾਂ ਨੂੰ ਬ੍ਰਹਮ ਗਿਆਨ ਵੱਡੀ ਚੀਜ਼ ਹੈ। ਲੋਕ ਇਸ਼ਤਿਹਾਰ ਛਾਪਣਗੇ। ਜ਼ਿਆਦਾਤਰ ਸੰਤ ਮਹਾਤਮਾ ਨਹੀਂ ਕਹਿੰਦੇ, ਇਹ ਜਿਹੜੇ ਸ਼ਰਧਾਲੂ ਹੁੰਦੇ ਨੇ ਇਹੀ ਬਹੁਤਾ ਤਾਂ ਨੂੰ ਚੱਕ ਦਿੰਦੇ ਨੇ ਬੰਦੇ ਨੂੰ। ਇਹ ਸਾਡੀ ਸੰਗਤ ਨਹੀਂ ਦੇਖਦੀ ਕਿ ਇਹ ਬੰਦਾ ਉੱਥੇ ਹੈ ਵੀ ਜਾਂ ਨਹੀਂ ਹੈ। ਉਹਦੇ ਇਸ਼ਤਿਹਾਰ ਤੇ ਲਿਖਿਆ ਹੁੰਦਾ 108 ਬ੍ਰਹਮ ਗਿਆਨੀ। ਹੁਣ ਸਾਨੂੰ ਤਾਂ ਪਤਾ ਵੀ ਇਹ ਬ੍ਰਹਮ ਗਿਆਨੀ ਹੈ ਨਹੀਂ ਵਿਚਾਰਾ, ਇਹ ਤਾਂ ਰੋਟੀਆਂ ਦਾ ਤਾਲ ਹੀ ਹੈ। ਪਰ ਲੋਕ ਜਿਹੜੇ ਉਹਦੇ ਸ਼ਰਧਾਲੂ ਨੇ ਉਹਨੂੰ ਇੰਨਾ ਜ਼ਿਆਦਾ ਚੱਕ ਦਿੰਦੇ ਨੇ, ਫਿਰ ਸਿੱਟਦੇ ਵੀ ਏਡਾ ਬੁਰਾ ਨੇ ਕਿ ਮੁੜ ਕੇ ਲੱਭਦਾ ਹੀ ਨਹੀਂ ਕਿੱਧਰ ਗਿਆ। ਇਸ ਕਰਕੇ ਬ੍ਰਹਮ ਗਿਆਨੀ ਜਿਹੜੇ ਪੂਰਨ ਨੇ ਉਹ ਕਦੇ ਵੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਲਿਖਾਉਂਦੇ ਨਹੀਂ, ਕਹਿੰਦੇ ਹੀ ਨਹੀਂ ਮੈਂ ਬ੍ਰਹਮ ਗਿਆਨੀ। ਕਿਉਂਕਿ ਉਹਨਾਂ ਨੂੰ ਤਾਂ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ, ਕਦੇ ਨਹੀਂ ਕਹਾਉਣਗੇ ਆਪਣੇ ਆਪ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਚੇ ਪਾਵਹਿ ਦਰਗਹਿ ਮਾਨ। ਪੰਜ ਚੀਜ਼ਾਂ ਦਾ ਹੁਣ ਜਿਹੜਾ ਤਿਆਗ ਕਰਦਾ ਹੈ, ਪਹਿਲੀਆਂ ਪੰਜ ਉਹਨਾਂ ਕੋਲ ਆਈਆਂ, ਸਤ ਸੰਤੋਖ, ਧੀਰਜ, ਵਿਚਾਰ। ਪੰਜ ਛੱਡੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਜ ਹੁਣ ਹੋਰ ਛੱਡੀਆਂ ਉਹਨਾਂ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹਨਾਂ ਪੰਜਾਂ ਵਿਸ਼ਿਆਂ ਨੂੰ ਤਿਆਗ ਕੇ ਉਹ ਹਰ ਜਗ੍ਹਾ ਦੇ ਉੱਤੇ ਹੀ ਮਾਣ ਆਦਰ ਸਤਿਕਾਰ ਪਾਉਂਦੇ ਨੇ। ਭਾਵੇਂ ਉਹ ਪਤਾਲ ਚਲੇ ਜਾਣ, ਆਕਾਸ਼ ਚਲੇ ਜਾਣ, ਧਰਮਰਾਜ ਦੀ ਕੜਾਹੀ ਚਲੇ ਜਾਣ, ਦਰਗਾਹ ਵਿੱਚ ਘੁੰਮਣ ਫਿਰਨ, ਉਹਨਾਂ ਦਾ ਮਾਣ ਸਤਿਕਾਰ ਪਾਉਂਦੇ ਨੇ ਉਹ ਜਾ ਕੇ। ਕਿਉਂਕਿ ਸ਼ਬਦ, ਸਪਰਸ਼, ਰੂਪ, ਰਸ, ਗੰਧ ਪੰਜ ਸੂਖਮ ਵਿਸ਼ੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਸਥੂਲ ਵਿਸ਼ੇ ਨੇ ਸਰੀਰ ਕਰਕੇ। ਸ਼ਬਦ ਮੂੰਹ ਨਾਲ, ਇੱਥੇ ਸ਼ਬਦ ਹੋਰ ਤਰ੍ਹਾਂ ਦੀ ਚੀਜ਼ ਹੈ। ਭਾਵ ਮੂੰਹ ਨਾਲ ਮਾੜੀਆਂ ਗੱਲਾਂ ਕਰਨੀਆਂ, ਸਰੀਰਾਂ ਦਾ ਸਪਰਸ਼ ਕਰਨਾ, ਰੂਪ ਦੇਖਣੇ, ਵਿਕਾਰਾਂ ਦੇ ਰਸ ਲੈਣੇ, ਗੰਧ ਵਿਕਾਰੀ ਖੁਸ਼ਬੂਆਂ ਲੈਣੀਆਂ। ਇਹ ਪੰਜਾਂ ਵਿਸ਼ਿਆਂ ਨੂੰ ਤਿਆਗ ਕੇ ਬ੍ਰਹਮ ਗਿਆਨ 'ਚ ਜਦੋਂ ਚਲਿਆ ਜਾਂਦਾ ਤਾਂ ਦਰਗਾਹ 'ਚ ਮਾਨ ਪਾਉਂਦਾ। ਪੰਚੇ ਸੋਹੈ ਦਰ ਰਾਜਾਨ। ਹੁਣ ਕੀ ਕਰਦੇ ਨੇ? ਆਪ ਤੇਜ, ਵਾਯ, ਪ੍ਰਿਥਵੀ, ਆਕਾਸ਼, ਇਹਨਾਂ ਪੰਜਾਂ ਤੱਤਾਂ ਦੀ ਰਹਿਣੀ ਜਿਹੜੀ ਆ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਆ। ਸੋ ਇਹਨਾਂ ਦੇ ਵਿੱਚ ਪੰਜ ਤੱਤ ਕਿਹੜੇ? ਸੀਤਲਤਾ, ਪ੍ਰਕਾਸ਼ਤਾ, ਸਮਤਾ, ਧੀਰਜਤਾ ਤੇ ਖਿਮਾ, ਅਸੰਗਤਾ ਆਦਿਕ ਜਿਹੜੇ ਨੇ। ਸੀਤਲਤਾ ਪਾਣੀ ਤੋਂ ਲੈਂਦੇ ਨੇ, ਪ੍ਰਕਾਸ਼ਤਾ ਅੱਗ ਤੋਂ ਲੈਂਦੇ ਨੇ,
ਧੀਰਜ ਧਰਤੀ ਤੋਂ ਲੈਂਦੇ ਨੇ, ਇਸੇ ਤਰ੍ਹਾਂ ਅਸੰਗਤਾ ਅਸਮਾਨ ਤੋਂ ਲੈਂਦੇ ਨੇ, ਸਮਤਾ ਪਾਉਣ ਤੋਂ ਲੈਂਦੇ ਨੇ। ਇਹ ਪਾਉਣ ਪੰਜਾਂ ਤੱਤਾਂ ਦੇ 5 ਗੁਣ ਉਹਨਾਂ ਦੇ ਅੰਦਰ ਜਦੋਂ ਆ ਜਾਂਦੇ ਨੇ, ਇਹਨਾਂ ਨੂੰ ਧਾਰਨ ਕਰਕੇ ਉਹ ਰਾਜਿਆਂ ਦਾ ਰਾਜਾ ਜੋ ਪ੍ਰਮਾਤਮਾ ਉਹਦੇ ਦਰ ਦੇ ਉੱਤੇ ਉਹ ਸੋਭਾ ਪਾਉਂਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨ ਦੀਆਂ ਇਹ ਸਟੇਜਾਂ ਨੇ। ਇਹ ਕੁਝ ਚੀਜ਼ਾਂ ਛੱਡੀ ਜਾਣੀਆਂ, ਕੁਝ ਗ੍ਰਹਿਣ ਕਰੀ ਜਾਣੀਆਂ। ਆਤਮਿਕ ਤੌਰ ਤੇ ਸਾਰਾ ਅਭਿਆਸ ਹੋਈ ਜਾਂਦਾ, ਅੰਦਰੇ ਅੰਦਰ, ਬਾਹਰ ਦੇਖਣ ਨੂੰ ਪਤਾ ਨਹੀਂ ਲੱਗਦਾ ਕਿੰਨੀ ਕੁ ਉੱਚੀ ਅਵਸਥਾ ਦਾ ਮਾਲਕ ਹੈ, ਪਰ ਜਦੋਂ ਉਹ ਗੱਲ ਕਰਦਾ ਤਾਂ ਪਤਾ ਲੱਗਦਾ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਖਾਲਸਾ ਜੀ ਕਥਾ ਦੀਆਂ ਸੀਡੀਆਂ ਬਣ ਗਈਆਂ, MP3 ਘਰ ਘਰ ਪਹੁੰਚ ਗਈਆਂ। ਸੁਣਨ ਵਾਲੇ ਕਹਿੰਦੇ ਸਾਨੂੰ ਬਹੁਤ ਘੱਟ ਸਮਝ ਲੱਗਦੀ, ਕਿਉਂਕਿ ਉਹ ਇੱਕ ਬ੍ਰਹਮ ਗਿਆਨੀ ਦੀ ਕੀਤੀ ਹੋਈ ਕਥਾ ਹੈ ਅਤੇ ਉਹ ਇੰਨੀ ਉੱਚੀ ਸਟੇਜ ਦੀ ਕਥਾ ਹੈ। ਤੁਸੀਂ ਤਾਂ ਸੁਣ ਸਕਦੇ ਹੋ 1 ਘੰਟਾ, ਅਸੀਂ ਇਹਨੂੰ 15 ਮਿੰਟ ਤੋਂ ਵੱਧ ਵੀ ਨਹੀਂ ਸੁਣ ਸਕਦੇ, ਕਿਉਂਕਿ ਉਹ 'ਚ ਇੰਨਾ ਜ਼ਿਆਦਾ ਗਿਆਨ ਹੈ, ਸਿਰ ਦਾ ਸੁਣਨ ਵਿੱਚ ਹੀ ਇੰਨਾ ਜ਼ੋਰ ਲੱਗ ਜਾਂਦਾ। ਕਿਉਂਕਿ ਇੰਨੀਆਂ ਉਚਾਈ ਦੀਆਂ ਚੀਜ਼ਾਂ ਜਦੋਂ ਆ ਜਾਂਦੀਆਂ ਨੇ, ਉਦੋਂ ਹੈਰਾਨ ਰਹਿ ਜਾਈਦਾ ਕਿ ਇੰਨੀ ਉਚਾਈ ਦੀ ਗੱਲ ਕੀਤੀ ਇਹਦੇ 'ਚ। ਜਿਹੜੀ ਜਪਜੀ ਸਾਹਿਬ ਦੀ ਕਥਾ ਵਿੱਚ ਆਪਾਂ ਇੱਕੋ ਓਂਕਾਰ ਦੇ ਅਰਥਾਂ 'ਚ ਚੀਜ਼ਾਂ ਸੁਣਾਈਆਂ ਨੇ, ਉਹ ਉਹਨਾਂ ਦੀਆਂ ਹੀ ਨੇ ਸਾਰੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇੰਨੀਆਂ ਚੀਜ਼ਾਂ 'ਚੋਂ ਨਿਕਲ ਗਿਆ ਬ੍ਰਹਮ ਗਿਆਨੀ, ਪਾਰ ਹੋ ਗਿਆ, ਅਧਿਆਸਣ ਕਰਕੇ ਜਗਿਆਸੂ, ਪੰਚਾਂ ਕਾ ਗੁਰ ਏਕ ਧਿਆਨ। ਫਿਰ ਪੰਚਾਂ ਗਿਆਨ ਇੰਦਰੀਆਂ ਦਾ ਜੋ ਗੁਰੂ ਹੈ ਨਾ, ਕੌਣ? ਮਨ। ਉਸ ਮਨ ਕਰਕੇ ਉਹ ਮਹਾਤਮਾ ਇੱਕ ਪਰਮੇਸ਼ਰ ਦਾ ਹੀ ਧਿਆਨ ਕਰਦੇ ਨੇ, ਪਰਮੇਸ਼ਰ ਵਿੱਚ ਚਲੇ ਜਾਂਦੇ ਨੇ, ਲੀਨ ਹੋ ਜਾਂਦੇ ਨੇ, ਸਟੇਜਾਂ ਆਉਂਦੀਆਂ ਨੇ। ਸੋ ਇਸੇ ਅਰਥ ਵਿੱਚ ਨਿਧਿਆਸਣ ਦਾ ਹੀ ਸਰੂਪ ਕਹਿਤਾ। ਹੁਣ ਇਹ ਸਾਰਾ ਇਹਨੂੰ ਨਿਧਿਆਸਣ ਹੀ ਕਿਹਾ ਜਾਂਦਾ ਹੈ। ਨਿਧਿਆਸਣ ਦਾ ਲੱਛਣ ਇਸ ਤਰ੍ਹਾਂ ਹੁੰਦਾ ਹੈ, ਵਿਜਾਤੀ ਬਿਰਤੀ ਤ੍ਰਿਸਕਾਰੇਨ ਸਜਾਤੀ ਬਿਰਤੀ ਪ੍ਰਵਾਹੀ ਕਰਨੰ ਨਿਧਿਆਸਣੰ। ਅਨਾਤਮਾਕਾਰ ਬਿਰਤੀ ਦਾ ਤ੍ਰਿਸਕਾਰ ਕਰਕੇ ਬ੍ਰਹਮਾਕਾਰ ਬਿਰਤੀ ਦੀ ਸਥਿਤੀ ਹੀ ਨਿਧਿਆਸਣ ਹੈ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਵਾਲੀ ਬਿਰਤੀ ਨੂੰ ਅਨਾਤਮਾਕਾਰ ਬਿਰਤੀ ਆਖਦੇ ਨੇ। ਅਨਆਤਮਾਕਾਰ, ਆਤਮਾ ਤੋਂ ਬਿਨਾਂ। ਇਹਦਾ ਤਿਆਗ ਕਰਕੇ ਤੇ ਸਤ ਸੰਤੋਖ ਧੀਰਜ ਧਰਮ ਵਿਚਾਰ ਸ਼ੀਤਲਤਾ ਪ੍ਰਕਾਸ਼ਤਾ ਸਮਤਾ ਧੀਰਜਤਾ ਸੰਗਤਾ ਵਾਲੀ ਬਿਰਤੀ ਨੂੰ ਬ੍ਰਹਮਾਕਾਰ ਬਿਰਤੀ ਕਹਿੰਦੇ ਨੇ। ਇਹਦਾ ਗ੍ਰਹਿਣ ਕਰਨਾ ਹੀ ਨਿਧਿਆਸਣ ਆਖਦੇ ਨੇ। ਗ੍ਰਹਿਣ ਕਰਨਾ ਚੰਗੀਆਂ ਚੀਜ਼ਾਂ ਇਹ ਨਿਧਿਆਸਣ ਕਹਿੰਦੇ ਨੇ, ਮਾੜੀਆਂ ਚੀਜ਼ਾਂ ਨੂੰ ਛੱਡੀ ਤੁਰੇ ਜਾਣਾ ਇਹਨੂੰ ਅਨਾਤਮਾਕਾਰ ਬਿਰਤੀ ਕਹਿੰਦੇ ਨੇ। ਸੋ ਇਸ ਕਰਕੇ ਜਦੋਂ 5 ਗਿਆਨ ਇੰਦਰੀਆਂ ਦਾ ਜੋ ਗੁਰੂ ਮਨ ਹੈ, ਉਹਦੇ ਰਾਹੀਂ ਉਹਨਾਂ ਦਾ ਧਿਆਨ ਜਦੋਂ ਭਗਤੀ ਕਰੀਦੀ ਹੈ, ਸ਼ੁਰੂ ਕਰਦਿਆਂ ਜਦੋਂ ਅੰਦਰੋਂ ਬਿਰਤੀ ਖੁੱਲ੍ਹਣੀ ਸ਼ੁਰੂ ਹੁੰਦੀ, ਇਨਸਾਨ ਦੀ ਅੰਦਰਲੀ ਅੱਖ ਖੁੱਲ੍ਹਣੀ ਸ਼ੁਰੂ ਹੁੰਦੀ ਹੈ। ਖੁੱਲਦਿਆਂ ਪਹਿਲਾਂ ਬਿਰਤੀ ਆਕਾਰਾਂ ਨੂੰ ਦੇਖਦੀ ਹੈ। ਆਕਾਰ ਹੀ ਆਕਾਰ, ਆਕਾਰ ਹੀ ਗੁਪਤ ਆਕਾਰ ਸਾਰੇ। ਮਹਾਰਾਜ ਜਿਵੇਂ ਕਹਿੰਦੇ ਨੇ ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰਾਖੈ ਠਾਂਏ। ਜਦੋਂ ਮਨ ਇਕਾਗਰ ਹੋ ਗਿਆ, ਇਹ ਪਤਾ ਨਹੀਂ ਲੱਗਦਾ ਕਦੋਂ ਹੋ ਜੇ। ਜਿਵੇਂ ਕਿਸੇ ਪ੍ਰੇਮੀ ਦਾ ਮਨ ਕਥਾ ਸੁਣਦਿਆਂ ਹੀ ਇਕਾਗਰ ਹੋ ਕੇ ਪ੍ਰਕਾਸ਼ ਹੋ ਗਿਆ ਉਹਨੂੰ। ਇਹ ਕਥਾ 'ਚ ਵੀ ਇਕਾਗਰ ਹੋ ਜਾਂਦਾ, ਕਦੇ ਕੀਰਤਨ 'ਚ ਵੀ ਇਕਾਗਰ ਹੋ ਸਕਦਾ, ਕਦੇ ਪਾਠ ਕਰਦਿਆਂ ਵੀ ਇਕਾਗਰ ਹੋ ਸਕਦਾ। ਕਿਉਂ? ਪਿੱਛੋਂ ਜਦੋਂ ਕਿਰਪਾ ਹੋ ਗਈ, ਸਿਮਰਨ ਕਰਦਿਆਂ ਵੀ ਮਨ ਇਕਾਗਰ ਹੋ ਸਕਦਾ। ਕਿਸੇ ਵਕਤ ਵੀ ਮਨ ਇਕਾਗਰ ਹੋ ਸਕਦਾ। ਕਿਉਂ? ਆਪਾਂ ਨਹੀਂ ਕਰਨਾ ਇਕਾਗਰ, ਕਰਨ ਵਾਲੇ ਨੇ ਕਰਨਾ ਇਹਨੂੰ ਇਕਾਗਰ। ਜਦੋਂ ਉਹਦੀ ਕਿਰਪਾ ਨਾਲ ਇਕਾਗਰ ਹੋ ਗਿਆ, ਇਸੇ ਕਰਕੇ ਸੰਗਤ 'ਚ ਬੈਠੇ ਹਾਂ ਕਿ ਸ਼ੁਭ ਘੜੀ ਸਾਡੇ ਤੇ ਵੀ ਆ ਜੇ, ਸਾਡਾ ਮਨ ਵੀ ਇੱਕਦਮ ਜੁੜ ਜਾਵੇ ਪਰਮਾਤਮਾ ਵਿੱਚ। ਪਹਿਲਾਂ ਸ਼ੁਰੂ ਵਿੱਚ ਆਕਾਰ ਹੀ ਆਕਾਰ ਨਜ਼ਰ ਆਉਂਦੇ ਨੇ। ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਉਦੋਂ ਬਾਅਦ ਫਿਰ ਸਾਰੇ ਆਕਾਰ ਮਿਟ ਜਾਂਦੇ ਨੇ। ਫਿਰ ਆਕਾਰ ਮਿਟ ਕੇ ਸਿਰਫ ਪ੍ਰਕਾਸ਼ ਹੀ ਰਹਿ ਜਾਂਦਾ ਬਸ। ਉਸ ਚੀਜ਼ ਨੂੰ ਕਹਿੰਦੇ ਨੇ ਕਿ ਉਹ ਮਹਾਤਮਾ ਇੱਕ ਪਰਮੇਸ਼ਰ ਦਾ ਪ੍ਰਕਾਸ਼ ਰੂਪ ਵਿੱਚ ਹੀ ਧਿਆਨ ਕਰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ ਕਿ ਬਹੁਤ ਜ਼ਿਆਦਾ ਜੇ ਵਿਸਥਾਰ ਵਿੱਚ ਜਾਵਾਂਗੇ ਨਾ, ਫਿਰ ਪਹਿਲਾਂ ਵਿਸਥਾਰ ਨਾਲ ਕਥਾ ਹੋ ਹੀ ਚੁੱਕੀ। ਬਸ ਇੰਨਾ ਕੁ ਸਮਝ ਲਓ, ਕਿਉਂਕਿ ਆਪਾਂ ਨਿਧਿਆਸਣ ਦਾ ਸਰੂਪ ਦੇਖਣਾ ਸੀ ਵੀ ਨਿਧਿਆਸਣ ਦਾ ਸਰੂਪ ਜਿਹੜਾ ਉਹ ਕੀ ਚੀਜ਼ ਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕਰਕੇ ਦੱਸ ਦਿੱਤਾ ਕਿ ਉਹ ਰਾਜਿਆਂ ਦੀ ਤਾਂ ਫਿਰ ਰੱਬ ਦੇ ਪਿਆਰੇ ਅੱਗੇ ਜਾ ਕੇ
ਪ੍ਰਲੋਕ ਦੇ ਵਿੱਚ ਸੋਭਨੀਕ ਹੋ ਜਾਂਦੇ ਨੇ। ਪੰਚਾਂ ਕਾ ਗੁਰ ਏਕ ਧਿਆਨ, ਫਿਰ ਧਿਆਨ ਲਾ ਕੇ ਪ੍ਰਮਾਤਮਾ ਦੇ ਵਿੱਚ ਬੈਠ ਜਾਂਦੇ ਨੇ, ਪ੍ਰਕਾਸ਼ ਨਜ਼ਰ ਆ ਜਾਂਦਾ ਹੈ। ਮਹਾਰਾਜ ਕਿਹਾ ਪ੍ਰਮਾਤਮਾ ਬੇਅੰਤ ਹੈ, ਬੇਅੰਤ ਹੈ। ਵਿੱਚ ਕਈ ਸਿੱਧ ਐਸੇ ਵੀ ਬੈਠੇ ਜਿਨ੍ਹਾਂ ਨੂੰ ਥੋੜਾ ਬਹੁਤ ਮਾਣ ਹੁੰਦਾ। ਇੱਕ ਕਹਿਣ ਲੱਗਿਆ ਮੈਂ ਉਹਦਾ ਅੰਤ ਪਾ ਸਕਦਾ ਬੇਅੰਤ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਕਹੇ ਕਿ ਮੈਂ ਵਿਚਾਰ ਕੇ ਪਰਮੇਸ਼ਰ ਦੇ ਗੁਣ ਕਹਿ ਸਕਦਾ ਤਾਂ ਅਸੀਂ ਕਹਿ ਸਕਦੇ ਹਾਂ। ਕਰਤੇ ਕੈ ਕਰਨਾ ਨਾਹੀ ਸੁਮਾਰ, ਕਰਤੇ ਅਕਾਲ ਪੁਰਖ ਨੇ ਜੋ ਕਰਨਾ, ਜਿਹੜਾ ਪ੍ਰਪੰਚ ਹੈ ਜਦੋਂ ਉਹਨੇ ਕੰਮ ਕੀਤੇ ਹੋਏ ਨੇ ਉਹਨਾਂ ਦਾ ਕੋਈ ਸੁਮਾਰ ਹੁੰਦਾ, ਅੰਤ ਹੀ ਨਹੀਂ, ਕੀ ਗਿਣਤੀ ਨਹੀਂ, ਉਹਨਾਂ ਦੀ ਗਿਣਤੀ ਨਹੀਂ ਆ ਸਕਦੀ ਜਿਹੜੇ ਉਹਨੇ ਕੰਮ ਕੀਤੇ ਹੋਏ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਸ ਕਰਤੇ ਅਕਾਲ ਪੁਰਖ ਦਾ ਤਾਂ ਅੰਤ ਕਿੱਥੇ ਤੱਕ ਪਾਏਗਾ ਭਾਈ, ਜਦ ਉਹਦੇ ਕਰਨਿਆਂ ਦਾ ਹੀ ਅੰਤ ਨਹੀਂ। ਆਪਾਂ ਇੱਕ ਦੇਖੀਏ ਜੇ ਅੰਤ ਪਾਉਣਾ ਪਰਮਾਤਮਾ, ਤਾਰਿਆਂ ਦੀ ਗਿਣਤੀ ਨਹੀਂ ਕਰ ਸਕਦੇ। ਸੰਸਾਰ ਅੰਦਰ ਦਰਖਤ ਕਿੰਨੇ ਨੇ ਇਹਨਾਂ ਦੀ ਗਿਣਤੀ ਨਹੀਂ ਕਰ ਸਕਦੇ। ਜੇ ਕੋਈ ਕਰ ਵੀ ਲਵੇ ਤਾਂ ਉਹਦੇ ਪੱਤਿਆਂ ਦੀ ਗਿਣਤੀ ਨਹੀਂ ਕਰ ਸਕਦੇ। ਜਦ ਉਹਦੇ ਕਰਨਿਆਂ ਦਾ ਹੀ ਅੰਤ ਨਹੀਂ, ਮਹਾਰਾਜ ਕਹਿੰਦੇ ਨੇ ਫਿਰ ਕਰਤੇ ਦਾ ਅੰਤ ਕਿੱਥੋਂ ਪਾਓਗੇ। ਇਸ ਕਰਕੇ ਕਰਤੇ ਪ੍ਰਮਾਤਮਾ ਦਾ ਜਿਹੜਾ ਹੈ ਨਾ ਉਹ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਇੱਕ ਸਿੱਧ ਕਹਿਣ ਲੱਗਿਆ ਜੀ ਸ਼ੁਮਾਰ ਤਾਂ ਆਇਆ ਪਿਆ 49 ਕਰੋੜ ਯੋਜਨ ਪ੍ਰਿਥਵੀ ਹੈ, 50 ਕਰੋੜ ਯੋਜਨ ਪ੍ਰਿਥਵੀ ਹੈ। ਸ਼ੇਸ਼ ਨਾਗ ਨੂੰ ਮੰਨਦੇ ਨੇ, ਪਰ ਅਸੀਂ ਕਹਿੰਦੇ ਹਾਂ ਕਿ ਧੌਲੇ ਬਲਦ ਨੇ ਧਰਤੀ ਉਠਾਈ ਹੋਈ ਹੈ, ਬਸ ਇਹ ਅੰਤ ਹੋ ਗਿਆ। ਮਹਾਰਾਜ ਕਹਿੰਦੇ ਬਾਕੀਆਂ ਦਾ ਕੌਣ ਅੰਤ ਪਾਊਗਾ, ਕਿਉਂਕਿ ਜਗਿਆਸੂ ਜਿਹੜੇ ਹੁੰਦੇ ਨੇ ਕਈ ਨਵੇਂ ਉਹਨਾਂ ਨੂੰ ਜ਼ਿਆਦਾ ਹੀ ਹੁੰਦੀ ਕਿ ਮੈਨੂੰ ਬੜਾ ਪਤਾ, ਮੈਂ ਜਾਣਦਾ, ਮੈਨੂੰ ਗਿਆਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਠੀਕ ਹੈ, ਧਰਤੀ ਤੈਨੂੰ ਪਤਾ ਵੀ ਧਰਤੀ ਥੱਲੇ ਧੌਲਾ ਬਲਦ ਖੜਾ, ਫਿਰ ਉਹਦੇ ਥੱਲੇ ਕੋਈ ਹੋਰ ਧਰਤੀ ਹੈ ਜਿਹਦੇ ਆਸਰੇ ਉਹ ਖੜਾ, ਫਿਰ ਉਹਦੇ ਥੱਲੇ ਹੋਰ ਧੌਲਾ ਬਲਦ ਹੋਵੇਗਾ, ਉਹਦੇ ਥੱਲੇ ਫਿਰ ਹੋਰ ਧਰਤੀ, ਕਿੱਥੇ ਤੱਕ ਜਾਏਗਾ ਤੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧਵਲਾ ਉੱਪਰ ਕੀਤਾ ਭਾਰ, ਇਹ ਥੋੜੇ ਅਨਵੇਂ ਕਰਕੇ ਅਰਥ ਚੱਲਦੇ ਹੁੰਦੇ ਨੇ। ਭਾਵ ਕਹਿਣ ਦਾ ਵੀ ਕੁਐਸਚਨ ਨੂੰ ਉਸ ਪਾਸਿਓਂ ਲਿਆਉਣਾ ਮਹਾਰਾਜ ਨੇ ਕਿ ਉਹ ਬਲਦ ਦੇ ਉੱਪਰ ਕਿੰਨਾ ਕੁ ਭਾਰ ਹੈ, 10 ਮਾਣ ਹੈ, 20 ਮਾਣ ਹੈ, 40 ਮਾਣ ਹੈ, 60 ਮਾਣ ਹੈ, ਬਲਦ ਕਿੰਨਾ ਕੁ ਭਾਰ ਚੱਕ ਸਕਦਾ ਹੈ। ਹੁਣ ਸਿੱਧ ਕਹਿਣ ਲੱਗਾ ਜੀ ਉਹ ਤਾਂ ਫਿਰ ਜਿੱਡੀ ਧਰਤੀ ਹੋਊਗੀ ਓਡਾ ਹੀ ਬਲਦ ਹੋਊਗਾ, ਵੱਡਾ ਸਾਰਾ ਬਲਦ ਹੋਊ। ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਇਹ ਤਾਂ ਗੱਲ ਨਹੀਂ ਬਣ ਸਕਦੀ, ਜਿੱਡੀ ਪ੍ਰਿਥਵੀ ਓਡਾ ਬਲਦ, ਪਰ ਤੁਸੀਂ ਪ੍ਰਸੰਨ ਹੋ ਲਵੋ, ਪਰ ਅਸਲੀਅਤ ਇਹ ਨਹੀਂ ਹੈ ਜੋ ਤੁਸੀਂ ਕਹਿੰਦੇ ਹੋ। ਫਿਰ ਤੁਸੀਂ ਇਹ ਦੱਸੋ ਤਿਸ ਤੇ ਭਾਰ ਲੈ ਕਵਣ ਜੋਰ, ਉਹਦੇ ਭਾਰ ਥੱਲੇ ਕਿਹਦਾ ਜ਼ੋਰ ਹੈ, ਕਿਹਦਾ ਬਲ ਹੈ, ਅਰਥਾਤ ਉਹ ਬਲਦ ਜਿਹੜਾ ਹੈ ਨਾ ਕਿਸ ਦੇ ਆਸਰੇ ਖੜਾ ਹੈ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਉਹ ਇਹਦੇ 'ਚ ਦੋਸ਼ ਆਈ ਜਾਂਦੇ ਨੇ। ਅੱਗੇ ਜਦੋਂ ਇੱਕ ਗੱਲ ਹੁੰਦੀ ਹੈ 10 ਬੰਦੇ ਬੈਠੇ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈ, ਉਹ ਗੱਲ ਨੂੰ ਜਿਵੇਂ ਮਰਜ਼ੀ ਸੁਣਾਈ ਜਾਣ, ਉਹ 10 ਬੰਦਿਆਂ ਨੂੰ ਕਿਸੇ ਨੇ ਨਹੀਂ ਟੋਕਣਾ ਵੀ ਆਹ ਗੱਲ ਗਲਤ ਹੈ। ਪਰ 10 ਬੰਦੇ ਜਦੋਂ ਇੱਕ ਵਿਦਵਾਨ ਕੋਲ ਬੈਠ ਕੇ, ਉੱਥੇ ਵਿਦਵਾਨ ਨੇ ਚੱਲਣਾ ਕਾਨੂੰਨੀ ਦਾਇਰੇ 'ਚ, ਉਹਨੇ ਆਪਣੀ ਵਿੱਦਿਆ ਦੇ ਹਿਸਾਬ ਨਾਲ ਚੱਲਣਾ ਵੀ ਇਹ ਹੋ ਨਹੀਂ ਸਕਦਾ। ਸੋ ਇਸ ਕਰਕੇ ਇਹ ਕਿਵੇਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਤਾਂ ਜਿਵੇਂ ਕੋਈ ਭੋਲਾ ਵਿਅਕਤੀ ਹੁੰਦਾ, ਪਰ ਤੁਸੀਂ ਤਾਂ ਉਹੀਆਂ ਗੱਲਾਂ ਕਰਦੇ ਹੋ। ਹੁਣ ਤੁਸੀਂ ਕਿੱਥੇ ਬੈਠੇ ਹੋ, ਹੁਣ ਤੁਸੀਂ ਬੈਠੇ ਹੋ ਇਸ ਵਕਤ ਸਾਰਿਆਂ ਦੇ ਵਿੱਚ ਔਰ ਸਾਡੇ ਸਾਹਮਣੇ ਬੈਠੇ ਹੋ, ਗੱਲ ਗਿਆਨ ਦੀ ਕਰੋ, ਨਾ ਕਿ ਇਸ ਤਰ੍ਹਾਂ ਦੀਆਂ ਅਟਪਟੀਆਂ ਗੱਲਾਂ ਕਰਕੇ ਜੀ ਉਹ ਧੌਲਾ ਬਲਦ ਖੜਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦੇ ਭਾਰ ਥੱਲੇ ਕਿਹਦਾ ਜ਼ੋਰ ਆ, ਆਸਰਾ ਉਹਦੇ ਥੱਲੇ। ਜੇ ਕਹੋ ਆਪਣੇ ਆਸਰੇ ਖੜਾ ਤਾਂ ਆਤਮ ਆਸਰੇ ਦੋਸ਼ ਆਉਂਦਾ, ਕਿਉਂਕਿ ਆਪਣੇ ਆਸਰੇ ਕੋਈ ਚੀਜ਼ ਖੜ ਹੀ ਨਹੀਂ ਸਕਦੀ, ਉਹ ਤਾਂ ਸਿਰਫ ਪ੍ਰਮਾਤਮਾ ਹੀ ਹੈ। ਫਿਰ ਚੁੱਪ ਕਰ ਗਏ। ਉਹਦੀ ਦੋਸ਼ ਦੀ ਨਿਵਰਤੀ ਵਾਸਤੇ ਸਿੱਧ ਕਹਿਣ ਲੱਗੇ ਧਰਤੀ ਹੋਰ ਪਰੈ ਹੋਰ, ਕਹਿੰਦੇ ਅਸੀਂ ਇੱਕ ਹੋਰ ਧਰਤੀ ਮੰਨ ਲਵਾਂਗੇ, ਫਿਰ ਉਹਦੇ ਆਸਰੇ ਉਹ ਬਲਦ ਖੜਾ। ਮਹਾਰਾਜ ਕਹਿੰਦੇ ਉਹ ਧਰਤੀ ਕਿਹਦੇ ਆਸਰੇ ਖੜੀ। ਇੱਕ ਸਿੱਧ ਕਹਿੰਦਾ ਪਰੇ ਤੋਂ ਭਾਵ ਪਰੇ ਹੋਰ ਬੈਲ ਹੈ ਇੱਕ, ਉਹਦੇ ਆਸਰੇ ਧਰਤੀ ਖੜੀ ਹੈ। ਤਾਂ ਮਹਾਰਾਜ ਕਹਿੰਦੇ ਪਹਿਲਾ ਬਲਦ ਦੂਜੇ ਦੇ ਆਸਰੇ, ਦੂਜਾ ਪਹਿਲੇ ਦੇ ਆਸਰੇ, ਮੰਨੋ ਕਿ ਅੰਨ੍ਹੋ-ਅੰਨ ਦੋਸ਼ ਆਉਂਦਾ ਉਹਦੇ 'ਚ, ਉਹਨੂੰ ਨਿਵਰਤ ਕਿਵੇਂ ਕਰੋਗੇ। ਇਸ ਦੋਸ਼ ਦੀ ਨਿਵਰਤੀ ਨੂੰ ਇੱਕ ਸਿੱਧ ਕਹਿੰਦਾ ਤੀਜੀ ਹੋਰ ਧਰਤੀ ਮੰਨ ਲਵਾਂਗੇ, ਉਹਦੇ ਆਸਰੇ ਬਲਦ ਖੜਾ। ਪਹਿਲਾ ਬਲਦ ਦੂਜੇ ਦੇ ਆਸਰੇ, ਦੂਜਾ ਤੀਜੇ ਦੇ ਆਸਰੇ, ਤੀਜਾ ਫਿਰ ਪਹਿਲੇ ਦੇ ਆਸਰੇ ਮੰਨੋਗੇ। ਇਹ 'ਚ ਚੱਕਰ ਕਾ ਦੋਸ਼ ਆ ਜਾਂਦਾ
ਇਹ ਦੋਸ਼ ਦੀ ਨਿਵਰਤੀ ਫਿਰ ਕਿਵੇਂ ਕਰੋਗੇ? ਕਹਿੰਦੇ ਹੋਰ ਬਲਦ ਮੰਨਾਂਗੇ, ਉਹਦੇ ਆਸਰੇ ਉਹੀ ਧਰਤੀ। ਹੁਣ ਨਿਆਣੇ ਵਾਲੀਆਂ ਗੱਲਾਂ ਮਹਾਰਾਜ ਨਾਲ ਕਰਨ ਲੱਗ ਪਏ ਵੀ ਮਹਾਰਾਜ ਨੂੰ ਅਸੀਂ ਉਲਝਾ ਲਵਾਂਗੇ, ਪਰ ਗੁਰੂ ਨਾਨਕ ਸਾਹਿਬ ਨੂੰ ਕੌਣ ਉਲਝਾ ਸਕਦਾ? ਜਦ ਇਸ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਗਿਣਤੀ ਹੋ ਗਈ ਤਾਂ ਮਹਾਰਾਜ ਕਹਿਣ ਲੱਗੇ ਇਹ ਅਨਵਸਥਾ ਦੋਸ਼ ਆ ਗਿਆ, ਬਹੁਤਾ ਜ਼ਿਆਦਾ ਵੱਡਾ ਦੋਸ਼ ਲਵਾਈ ਜਾਂਦੇ ਹੋ। ਇੱਕ ਪਾਸੇ ਵਿਦਵਾਨ ਬਣਦੇ ਹੋ, ਪੜ੍ਹੇ ਲਿਖੇ ਬਣਦੇ ਹੋ, ਸਾਨੂੰ ਦੁਨੀਆ ਵਿੱਚ ਸੋਝੀ ਹੈ, ਸਾਨੂੰ ਸਿਆਣਪ ਹੈ। ਇਹ ਦੋਸ਼ ਦੀ ਨਿਵਰਤੀ ਵਾਸਤੇ ਫਿਰ ਸਿੱਧ ਕਹਿਣ ਲੱਗੀ ਅਸੀਂ ਪਿਛਲੇ ਨੂੰ ਹੀ ਸਭ ਦਾ ਜਿਹੜਾ ਮੂਲ ਮੰਨ ਲਵਾਂਗੇ, ਉਹੀ ਆਸਰਾ ਸਾਰਿਆਂ ਦਾ ਮੰਨਿਆ ਜਾਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਤਾਂ ਪ੍ਰਾਗਲੋਪ ਦੋਸ਼ ਆ ਜਾਂਦਾ, ਜੋ ਪਹਿਲਿਆਂ ਦਾ ਅਭਾਵ ਕਰਕੇ ਪਿਛਲੇ ਇੱਕ ਨੂੰ ਆਸਰਾ ਰੂਪ ਮੰਨ ਲੈਣਾ, ਕਿਉਂਕਿ ਪਰਮੇਸ਼ਰ ਨਾਲ ਤਾਂ ਨਾ ਕੋਈ ਕਰ ਸਕਦਾ। ਆ ਕਰਕੇ ਚਰਚਾ ਪਰਮੇਸ਼ਰ ਮੂਹਰੇ ਚਰਚਾ ਚੱਲਦੀ। ਸਿੱਧਾ ਨੇ ਸੋਚਿਆ ਸੀ ਇਹ ਨਨਕਾਣਾ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਤੋਂ ਇੱਕ ਸਾਦਾ ਜਿਹਾ ਬੰਦਾ ਹੈ, ਇਹਦੇ ਨਾਲ ਅਸੀਂ ਗੱਲਾਂ ਕਰਕੇ ਉਲਝਾਲ ਜੂ ਕੇ ਆਪਣਾ ਸੇਵਕ ਬਣਾ ਲਵਾਂਗੇ। ਪਰ ਜਦੋਂ ਸਤਿਗੁਰੂ ਮਹਾਰਾਜ ਨੇ ਇੰਨੇ ਉੱਚੇ ਉੱਚੇ ਦੱਸੇ ਨਾ ਦੋਸ਼, ਪ੍ਰਾਗਲੋਪ ਦੋਸ਼, ਅੰਨ੍ਹੋ-ਅੰਨ ਦੋਸ਼, ਚੱਕਰ ਕਾ ਦੋਸ਼, ਉਹ ਕਹਿੰਦੇ ਇਹ ਤਾਂ ਸਭ ਕੁਝ ਜਾਣਦੇ ਮਹਾਰਾਜ ਸੱਚੇ ਪਾਤਸ਼ਾਹ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਵਕਤ ਹੁਣ ਅੱਗੇ ਦੱਸੋ ਕੀ ਕਰਨਾ ਚਾਹੀਦਾ? ਫਿਰ ਕਹਿਣਗੇ ਅਸੀਂ ਸਭਨਾਂ ਵਿੱਚੋਂ ਇੱਕ ਨੂੰ ਆਸਰਾ ਰੂਪ ਮੰਨ ਲੈਂਦੇ। ਤਾਂ ਮਹਾਰਾਜ ਕਹਿੰਦੇ ਤੁਸੀਂ ਕਿਸੇ ਨੂੰ ਮੰਨਿਆ, ਅਸੀਂ ਕਿਸੇ ਹੋਰ ਨੂੰ ਮੰਨ ਲਿਆ, ਇਹਦੇ ਵਿੱਚ ਜੁਗਤੀ ਦਾ ਭਾਵ ਹੋ ਜਾਏਗਾ, ਨਾਲੇ ਇਹਨੂੰ ਬਿਨ ਗਮਨੇ ਬ੍ਰਹਿ ਦੋਸ਼ ਆਖਦੇ ਨੇ। ਉਸ ਵੇਲੇ ਸਾਰੇ ਸਿੱਧ ਚੁੱਪ ਕਰ ਗਏ। ਮਹਾਰਾਜ ਸਹੀ ਗੱਲ ਤੇ ਸਾਨੂੰ ਪਤਾ ਕਿਸੇ ਨੂੰ ਨਹੀਂ, ਅੱਜ ਤੱਕ ਅਸੀਂ ਸਾਨੂੰ ਜਿਹੜਾ ਮਿਲਿਆ ਸੀ 20 ਨੇ 50 ਨੇ ਇਕੱਠੇ ਹੋ ਕੇ ਇਹੋ ਜਿਹੇ ਚੱਕਰ 'ਚ ਪਾਇਆ ਕਿ ਬੰਦਾ ਚੱਕਰ 'ਚ ਪੈ ਕੇ ਸਾਨੂੰ ਹੀ ਵੱਡਾ ਮੰਨ ਕੇ ਸਾਡੇ ਚਰਨੀ ਪੈ ਜਾਂਦਾ। ਪਰ ਅਸੀਂ ਅੱਜ ਤੁਹਾਡੇ ਸਾਹਮਣੇ ਹਾਰ ਗਏ, ਸਾਡੇ ਹੱਥ ਖੜੇ ਹੋ ਗਏ, ਅਸੀਂ ਨਹੀਂ ਜੀ ਹੁਣ ਅੱਗੇ ਬੋਲ ਸਕਦੇ। ਹੁਣ ਤੁਸੀਂ ਕਿਰਪਾ ਕਰਕੇ ਦੱਸੋ, ਤੁਸੀਂ ਸਿਆਣੇ ਹੋ,